ਇਹ ਏਜੰਟ ਬਣਿਆ ਹੋਇਆ ਸੀ ਜੀ। ਕਿਹੜੀ ਕੰਪਨੀ ਦੇ ਵਿੱਚ? ਇਹ ਪਰਲ ਵਾਲਿਆਂ ਦੀ। पैसे जमा कराए ते कंपनी ने पैसे ना कड्डे तो हरेक कई फिर ये मगर पैंदा सी। अच्छा जी। बई साडे पैसे दवा, साडे पैसे दवा। ये जद ही बस सिर ते रख के हत्थ बैठ जांदा सी भी मेरे सिर दी नस फड़दी जांदी है। ते हुण असीं इसे तरह ही आ भी ये बेटा भी मेरा तुर गया ते बच्चों दा ही पालन पोषण बहुत मुश्किल होया। किन्ने के पैसे तुसी इस कंपनी दे विच तुहाडे बेटे ने लगाए सीगे? 15-20 लाख रुपया लाया जी। ये सारा अपने घरों लगाया सी या लोकां दा भी सीगा? लोकां दा भी सी जी। सी कि लोकी पोस्ट ऑफिस दे विच पैसा लगांदे सीगे ते तुसी इन्हां दी कंपनी च लगा दिता है, वो क्यों? ਅਸੀਂ ਆਖਿਆ ਵੀ ਇੱਥੇ ਦੁੱਗਣੇ ਬਣ ਜਾਂਦੇ ਨੇ। ਅਸੀਂ ਡਾਕਖਾਨੇ 'ਚੋਂ ਪੈਸੇ ਕਢਾ ਕੇ ਇੱਥੇ ਲਾਤੇ ਵੀ ਉੱਥੇ ਤਾਂ 8-9 ਸਾਲ 'ਚ ਬਣਨੇ ਨੇ ਦੁੱਗਣੇ, ਵੀ ਇਹਦੇ ਵਿੱਚ 6 ਸਾਲ 'ਚ ਬਣ ਜਾਣੇ ਨੇ ਜੀ। 3 ਬੱਚੇ ਨੇ ਜੀ, 2 ਬੇਟੀਆਂ ਨੇ, 1 ਬੇਟਾ। ਤੇ ਫਿਰ ਉਹਨਾਂ ਦਾ ਗੁਜ਼ਾਰਾ ਕਿੱਦਾਂ ਹੁੰਦਾ? ਹੁਣ ਬਹੁਤ ਮੁਸ਼ਕਲ ਹੋ ਰਿਹਾ। ਤੁਹਾਨੂੰ ਮੈਂ ਦੱਸ ਨਹੀਂ ਸਕਦੀ ਵੀ ਕਿਵੇਂ ਅਸੀਂ ਗੁਜ਼ਾਰਾ ਕਰਦੇ ਹਾਂ ਤੇ ਕਿਵੇਂ ਅਸੀਂ ਨਿਰਵਾਹ ਕਰਦੇ ਹਾਂ। ਮਾਨਯੋਗ ਸੁਪਰੀਮ ਕੋਰਟ ਨੇ ਜਦੋਂ ਕਹਿ ਦਿੱਤਾ ਤੇ ਉਸ ਤੋਂ ਬਾਅਦ ਤਾਂ ਲੀਜ਼ ਦੀ ਉਹ ਤਾਂ ਜਿਹੜੀ ਸੀਲ ਹੋ ਜਾਂਦੀਆਂ ਪ੍ਰਾਪਰਟੀਆਂ, ਉਹ ਪ੍ਰਾਪਰਟੀਆਂ ਇਹਦਾ ਮਤਲਬ ਕਿਤੇ ਨਾ ਕਿਤੇ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਧੋਖਾ ਦਿੱਤਾ ਜਾ ਰਿਹਾ, ਉਹਨਾਂ ਦੀ ਅੱਖਾਂ 'ਚ ਵੀ ਘੱਟਾ ਪਾਇਆ ਜਾ ਰਿਹਾ। ਕੋਈ ਪ੍ਰਸ਼ਾਸਨ ਦੀ ਅਣਗਹਿਲੀ ਨਹੀਂ ਆਪਾਂ ਕਹਿ ਸਕਦੇ, ਉਹਨੂੰ ਮਤਲਬ ਪ੍ਰਸ਼ਾਸਨ ਨੂੰ ਧੋਖਾ ਦਿੱਤਾ ਗਿਆ, ਪ੍ਰਸ਼ਾਸਨ ਨੂੰ ਮੈਨੂਪਲੇਟ ਕੀਤਾ ਗਿਆ। शुरू अकालियां ने किया जी। हुण जे हुण एक मैं अपने आप समाज सेवी कहता, मैं ये चंगा नहीं लगता कि मैं दूषण लावां तो अगले लगे कि ये पोलीटिकल गेम खेड रहे कांग्रेस वाले। पर जिहड़ी सच्चाई आ, ये अकाली दल की पैदावार आ। अकाली दल ने इहनूं प्रफुल्लित किया ते अकाली दल ने ही इहनूं प्रफुल्लित करके इत्थे तक पहुँचदा करिया वा। हुण हेरा फेरी वाला काम करना वा, उन्हें चोरी चकारी करनी आ, उन्हें गलत डाकूमेंट तैयार करने आ, वो कोई किसी कोई पार्टी धर्म नहीं, ਉਹਦਾ धर्म पैसा हो जाता। वो पैसा धर्म जद हो जाता, ਜਦੋਂ ਇਹ ਇਦਾਂ ਦੀਆਂ ਆਵਾਜ਼ਾਂ ਉੱਠਦੀਆਂ ਨੇ, ਪ੍ਰੋਟੈਸਟ ਹੁੰਦੇ ਆ ਕਿ ਇਦਾਂ ਦੇ ਪੈਸੇ ਗਰੀਬਾਂ ਨੂੰ ਮਿਲ ਕਿਉਂ ਨਹੀਂ ਰਹੇ, ਤਾਂ ਉਹ ਜਿਹੜਾ ਵਾ ਗੁੰਡਾ ਆਨਸਰ ਕਹਿ ਲਓ, ਮਾਫੀਆ ਕਹਿ ਲਓ, ਉਹ ਅਫਸਰਾਂ ਕੋਲ ਪਹੁੰਚ ਕੇ ਇੱਕ ਜਾਲੀ ਕਾਗਜ਼ ਉਹਨਾਂ ਨੂੰ ਦਿਖਾ ਕੇ ਆਪਣੀ ਜਿਹੜੀ ਜ਼ਮੀਨ ਆ ਉਹ ਤਿਆਰ ਕਰ ਲੈਂਦਾ, ਤਾਂ ਕਰਕੇ ਉਹਨਾਂ ਦੀ ਰਿਪੋਰਟਾਂ ਅੱਗੇ ਨਾ ਪਹੁੰਚ ਜਾਣ। ਨਹੀਂ, ਇਹਦੇ ਵਿੱਚ ਇੱਕ ਗੱਲ ਦੱਸੋ, ਤੁਸੀਂ ਜਿਵੇਂ ਖੁਦ ਦੱਸਿਆ ਤੁਸੀਂ ਕਾਂਗਰਸੀ ਆਗੂ, ਔਰ ਇਸ ਟਾਈਮ ਜਿਹੜਾ ਨਵਜੋਤ ਸਿੰਘ ਸਿੱਧੂ ਹੈਗੇ ਹੈ ਉਹ ਇਮਾਨਦਾਰੀ ਦਾ ਬੜਾ ਡੰਕਾ ਵਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੀ ਇਸ ਟਾਈਮ ਬੇਅਦਬੀ ਦਾ ਮਾਮਲਾ ਹੋਵੇ ਜਾਂ ਕੁਝ ਵੀ ਹੋਵੇ, ਜੇ ਤੁਹਾਨੂੰ ਪਤਾ ਹੀ ਹੈ ਕਿ ਅਕਾਲੀ ਦਲ ਦੇ ਕਿਤੇ ਨਾ ਕਿਤੇ ਸੰਰਕਸ਼ਣ ਰਿਹਾ ਇਹਨਾਂ ਦਾ, ਤੇ ਕਿਉਂ ਨਹੀਂ ਤੁਸੀਂ ਇਹ ਗੱਲਾਂ ਉਹਨਾਂ ਤੱਕ ਪਹੁੰਚਾਈਆਂ? ਉਹਨਾਂ ਨੇ ਜਾਲੀ ਪੇਪਰ ਜਿਹੜੇ ਪਰਲ ਦੇ ਵਕੀਲਾਂ ਦੇ ਰਾਹੀਂ, ਪਰਲ ਦੇ ਡਾਇਰੈਕਟਰਾਂ ਰਾਹੀਂ ਤਿਆਰ ਕਰੇ ਸੀਗੇ। ਉਹ ਜਦ ਉਹਨਾਂ ਨੂੰ ਕੋਈ ਸੱਦਦੇ ਸੀਗੇ SP ਲੈਵਲ ਦੇ ਅਫਸਰ ਜਾਂ ਕੋਈ CP ਸਾਹਿਬ ਜਾਂ ਕੋਈ ਹੋਰ, ਉਹ ਜਾਲੀ ਡਾਕੂਮੈਂਟ ਦਿਖਾਏ ਆਉਂਦੇ ਸੀਗੇ ਕਿ ਅਸੀਂ ਤਾਂ ਲੀਜ਼ ਤੇ ਲਈ ਹੋਈ ਆ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहा। तो अज का जिहड़ा मुद्दा है, टॉपिक है, वो है वड्डियां वड्डियां कंपनियां दे जिहड़े बरगलावे दिते हुए है, जिहदे करके आम असी अक्सर सुनते सीगे कि वड्डियां वड्डियां निजीआं कंपनियां जदों आंदियां ते ओह इह जे लुभावने सपने दिखांदी है कि बंदा अपने घर की जमा पूंजी या छोटे छोटे करके जिहड़े पैसे जोड़े हुए है वो उन्हां कंपनियां दे घरे दे आंदा और बाद चो सारी उम्र लई पछतांदा है। सो इहो जिहा एक मुद्दा साडे सामने भी आया है। तुसीं बहुत देर पहलां तो पंजाब दे विच एक परल कंपनी सीगी, ਉਹਦੇ ਬਾਰੇ ਤੁਸੀਂ ਸੁਣਿਆ ਸੀ, ਜਿਹੜੀ ਕਿ ਜੇ ਗੱਲਬਾਤ ਕਰੀਏ ਤਾਂ ਅਕਾਲੀ ਦਲ ਬਾਦਲ ਦੇ ਸੁਖਬੀਰ ਸਿੰਘ ਬਾਦਲ ਦੇ ਬੜੇ ਕਰੀਬੀ ਵੀ ਸੀਗੇ ਭੰਗੂ ਜੀ। ਸੋ ਉਹਨਾਂ ਦੀ ਕੰਪਨੀ ਨਾਲ ਹੀ ਜੁੜਿਆ ਇੱਕ ਮਾਮਲਾ ਹੈ, ਅਸੀਂ ਤੁਹਾਨੂੰ ਲੈ ਕੇ ਆਏ ਹਾਂ ਅੱਜ ਇੱਕ ਪਰਿਵਾਰ ਦੇ, ਜਿਨ੍ਹਾਂ ਨੇ ਆਪਣੇ ਨਾ ਕੇਵਲ ਪੂਰੀ ਜਿਹੜੀ ਆਪਣੀ ਜਮ੍ਹਾਂ ਪੂੰਜੀ ਇਸ ਕੰਪਨੀ ਦੇ ਵਿੱਚ ਲਗਾ ਕੇ ਉਜਾੜ ਦਿੱਤੀ, ਬਲਕਿ ਉਹ ਉਸ ਕੰਪਨੀ ਦਾ ਏਜੰਟ ਬਣਨ ਤੋਂ ਬਾਅਦ ਇਹਨਾਂ ਦਾ ਪਰਿਵਾਰ ਦਾ ਇੱਕ ਜੀਅ ਵੀ ਜਿਹੜਾ चला गया, क्योंकि वो बहुत ज़्यादा डिप्रैशन च चला गया। सो उन्होंने माता जी के कोल पहुँचे, अज असीं जानते हैं कि ये पूरा मामला। सत श्री अकाल माता जी। सत श्री अकाल। तुहाडा नाम? ਭੁਪਿੰਦਰ ਕੌਰ ਹੈ ਜੀ। ਇਹ ਕਿਹਨਾਂ ਦੀ ਤਸਵੀਰ ਤੁਸੀਂ ਫੜੀ ਹੋਈ ਹੈ? ਮੇਰੇ ਬੇਟੇ ਦੀ ਹੈ ਜੀ। ਕੀ ਹੋਇਆ ਸੀ ਇਹਨਾਂ ਨੂੰ?
ਇਹ ਏਜੰਟ ਬਣਿਆ ਹੋਇਆ ਸੀ ਜੀ। ਕਿਹੜੀ ਕੰਪਨੀ ਦੇ ਵਿੱਚ? ਇਹ ਪਰਲ ਵਾਲਿਆਂ ਦੀ। ਅੱਛਾ, ਤੇ ਪਰਲ ਵਾਲਿਆਂ ਦੇ ਏਜੰਟ ਕਦੋਂ ਬਣੇ ਸੀਗੇ? ਇਹ 10ਵੇਂ ਸੰਨ ਚ ਬਣਿਆ ਸੀ। ਅੱਛਾ ਜੀ। ਤੋ ਪੈਸੇ ਜਮ੍ਹਾਂ ਕਰਾਏ ਤੇ ਕੰਪਨੀ ਨੇ ਪੈਸੇ ਨਾ ਕੱਢੇ ਤਾਂ ਹਰੇਕ ਹੀ ਫਿਰ ਇਹਦੇ ਮਗਰ ਪੈਂਦਾ ਸੀ। ਅੱਛਾ ਜੀ। ਬਈ ਸਾਡੇ ਪੈਸੇ ਦਵਾ, ਸਾਡੇ ਪੈਸੇ ਦਵਾ। ਅੱਛਾ। ਇਹ ਜਦ ਹੀ ਬਸ ਸਿਰ ਤੇ ਰੱਖ ਕੇ ਹੱਥ ਬੈਠ ਜਾਂਦਾ ਸੀ ਵੀ ਮੇਰੇ ਸਿਰ ਦੀ ਨਸ ਫੜਦੀ ਜਾਂਦੀ ਆ ਜੀ। ਵੀ ਮੈਨੂੰ ਪੈਸੇ ਕੰਪਨੀ 'ਚ ਫਸ ਗਏ। ਅਸੀਂ ਤਾਂ ਕੱਢ ਕੇ ਆਪਦੀ ਵੀ ਪੈਸਾ ਜੋੜਿਆ ਹੋਇਆ ਡਾਕਖਾਨੇ ਦੇ ਵਿੱਚ, ਜੀ। ਅਸੀਂ ਉਹ ਵੀ ਇਹਦੇ ਵਿੱਚ ਲਾਤਾ। ਜੀ। ਤੇ ਹੁਣ ਅਸੀਂ ਇਸੇ ਤਰ੍ਹਾਂ ਹੀ ਆ ਵੀ ਇਹ ਬੇਟਾ ਵੀ ਮੇਰਾ ਤੁਰ ਗਿਆ ਜੀ। ਤੇ ਬੱਚਿਆਂ ਦਾ ਹੀ ਪਾਲਣ ਪੋਸ਼ਣ ਬਹੁਤ ਮੁਸ਼ਕਲ ਹੋਇਆ। ਕਿੰਨੇ ਕੁ ਪੈਸੇ ਤੁਸੀਂ ਇਸ ਕੰਪਨੀ ਦੇ ਵਿੱਚ ਤੁਹਾਡੇ ਬੇਟੇ ਨੇ ਲਗਾਏ ਸੀਗੇ? 15-20 ਲੱਖ ਰੁਪਈਆ ਲਾਇਆ ਜੀ। ਇਹ ਸਾਰਾ ਆਪਣੇ ਘਰੋਂ ਲਗਾਇਆ ਸੀ ਜਾਂ ਲੋਕਾਂ ਦਾ ਵੀ ਸੀਗਾ? ਲੋਕਾਂ ਦਾ ਵੀ ਸੀ ਜੀ। ਅੱਛਾ, ਹਾਂਜੀ, ਟੋਟਲ ਤੁਹਾਡੇ ਬੇਟੇ ਦੇ ਥਰੂ ਇੰਨਾ ਪੈਸਾ ਲੱਗਾ ਸੀ ਕੰਪਨੀ? ਹਾਂਜੀ, ਇੰਨਾ ਪੈਸਾ ਮੇਰੇ ਬੇਟੇ ਦੇ ਥਰੂ ਲੱਗਿਆ। 2010 ਦੇ ਵਿੱਚ ਹੀ ਲਗਾਇਆ ਸੀ? 2010 ਤੋਂ ਫਿਰ ਕਿਸ਼ਤਾਂ ਸ਼ੁਰੂ ਕਰਤੀਆਂ ਸੀ। ਕਈਆਂ ਐਫਟੀਆਂ ਵੀ ਲਾਈਆਂ ਨੇ ਜੀ। ਜਿਵੇਂ ਅਗਲਾ ਕਹਿੰਦਾ 6 ਸਾਲ ਚ ਦੁੱਗਣੀਆਂ, ਕਿਸੇ 30 ਦੀ, ਕਿਸੇ ਨੇ 40 ਦੀ, ਕਿਸੇ ਨੇ ਅੱਛਾ ਜੀ। ਕਿਵੇਂ ਦੀ, ਅੱਛਾ ਤੇ ਜੀ। ਬਾਕੀ 550 ਦੀ ਕਿਸ਼ਤ। ਜੀ। ਇਹ ਇੱਕ ਮਾਤਾ ਜੀ ਮੈਨੂੰ ਇਹ ਕਿਹਾ ਜਾਂਦਾ ਸੀਗਾ ਕਿ ਤੁਸੀਂ ਲੋਕੀ ਤਾਂ ਸਿਆਣੇ ਹੋ, ਬਜ਼ੁਰਗ ਹੋ, ਕਿਹਾ ਜਾਂਦਾ ਸੀ ਕਿ ਲੋਕੀ ਪੋਸਟ ਆਫਿਸ ਦੇ ਵਿੱਚ ਪੈਸਾ ਲਗਾਉਂਦੇ ਸੀਗੇ ਤੇ ਤੁਸੀਂ ਇਹਨਾਂ ਦੀ ਕੰਪਨੀ 'ਚ ਲਗਾ ਦਿੱਤਾ, ਉਹ ਕਿਉਂ? ਅਸੀਂ ਆਖਿਆ ਵੀ ਇੱਥੇ ਦੁੱਗਣੇ ਬਣ ਜਾਂਦੇ ਨੇ। ਅਸੀਂ ਡਾਕਖਾਨੇ 'ਚੋਂ ਪੈਸੇ ਕਢਾ ਕੇ ਇੱਥੇ ਲਾਤੇ ਵੀ ਉੱਥੇ ਤਾਂ 8-9 ਸਾਲ 'ਚ ਬਣਨੇ ਨੇ ਦੁੱਗਣੇ, ਹਾਂਜੀ। ਵੀ ਇਹਦੇ ਵਿੱਚ 6 ਸਾਲ 'ਚ ਬਣ ਜਾਣੇ ਨੇ। ਜੀ। ਵੀ ਆਪਦੇ ਫਿਰ ਅਸੀਂ ਆਪਦੇ ਮਕਾਨ ਸਾਡਾ ਢਹਿਣ ਵਾਲਾ ਹੋਇਆ ਪਿਆ ਜੀ। ਤੇ ਵੀ ਅਸੀਂ ਟਾਈਮ ਸਿਰ ਸਾਨੂੰ ਮਿਲ ਜਾਣਗੇ, ਨਾਲੇ ਬੱਚੀਆਂ ਨੂੰ ਅਸੀਂ ਪੜ੍ਹਾਵਾਂਗੇ ਲਿਖਾਵਾਂਗੇ, ਪੈਸੇ ਮਿਲ ਜਾਣਗੇ। ਹੁਣ ਨਾ ਪੈਸੇ ਮਿਲ ਰਹੇ ਨੇ ਜੀ। ਤੇ ਹੁਣ ਦੇਖੀ ਜਾਂਦੇ ਆ ਸਭਾ ਸਗੋਂ ਮੇਰਾ ਬੇਟਾ ਵੀ ਇਸ ਡਿਪਰੈਸ਼ਨ ਵਿੱਚ ਤੁਰ ਗਿਆ। ਇਹ ਕਦੋਂ ਇਹਨਾਂ ਦੀ ਡੈਥ ਹੋਈ ਹੈ? ਇਹਨਾਂ ਦੀ ਡੈਥ ਹੋਈ ਹੈ ਮੇਰੇ ਖਿਆਲ ਸੰਨ 16ਵੇਂ ਚ ਹੋਈ ਹਾਂ, ਹੈ। 2016 ਲਿਖਿਆ ਹੋਇਆ ਤੁਸੀਂ। ਹਾਂ, 16ਵੇਂ ਚ ਹੋਈ ਹੈ। ਤੇ ਜਿਹੜੇ ਲੋਕ ਤੁਹਾਡੀ ਤਰ੍ਹਾਂ ਇਹ ਸੋਚਦੇ ਆ ਕਿ ਜਲਦੀ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਪੈਸੇ ਲਗਾ ਕੇ ਬਹੁਤ ਜਲਦੀ ਦੁੱਗਣੇ ਹੋ ਜਾਣਗੇ, ਤਿੱਗਣੇ ਹੋ ਜਾਣਗੇ, ਉਹਨਾਂ ਨੂੰ ਕੋਈ ਤੁਸੀਂ ਸੁਨੇਹਾ ਦੇਣਾ ਚਾਹੋਗੇ ਅੱਜ? ਹੁਣ ਅਸੀਂ ਸੁਨੇਹਾ ਇਹ ਦਿੰਦੇ ਹਾਂ ਵੀ ਕੋਈ ਵੀ ਡਾਕਖਾਨੇ ਤੋਂ ਪਰੇ ਨਾ ਜਾਵੇ। ਠੀਕ ਹੈ ਜੀ। ਸਾਰੇ ਡਾਕਖਾਨੇ ਵਿੱਚ ਹੀ ਪੈਸੇ ਜਮ੍ਹਾਂ ਕਰਾਓ, ਚਾਹੇ 100 ਬਣਦਾ, ਚਾਹੇ 200 ਆ, ਚਾਹੇ 50 ਰੁਪਏ ਕੱਢਦੇ ਆ, ਵੀ ਉੱਥੇ ਹੀ ਜਮ੍ਹਾਂ ਕਰਾਓ। ਸਰਕਾਰੀ ਦਫ਼ਤਰ ਦੇ ਵਿੱਚ ਹੀ ਜਮ੍ਹਾਂ ਕਰਾਓ। ਠੀਕ ਹੈ ਜੀ। ਸੋ ਤੁਹਾਨੂੰ ਜਿੱਦਾਂ ਕਿ ਦੋਸਤੋ ਅਸੀਂ ਪਹਿਲਾਂ ਹੀ ਦੱਸਿਆ ਸੀਗਾ ਕਿ ਪ੍ਰਾਈਵੇਟ ਨਿੱਜੀਆਂ ਕੰਪਨੀਆਂ ਦੇ ਲੁਭਾਵਨਿਆਂ ਦੇ ਵਿੱਚ ਆ ਕੇ, ਜਿੱਦਾਂ ਕਿ ਮਾਤਾ ਜੀ ਨੇ ਖੁਦ ਦੱਸਿਆ ਕਿ ਇਹ ਪੋਸਟ ਆਫਿਸ ਦੇ ਵਿੱਚ ਆਪਣੀ ਜਮ੍ਹਾਂ ਪੂੰਜੀ ਜਮ੍ਹਾਂ ਕਰਾਈ ਹੋਈ ਸੀ ਪੂਰੇ ਪਰਿਵਾਰ ਦੀ, ਪਰ ਪੋਸਟ ਆਫਿਸ ਦੇ ਵਿੱਚੋਂ ਕਢਾ ਕੇ, ਕਿਉਂਕਿ ਉਸ ਕੰਪਨੀ ਵੱਲੋਂ ਸਿਰਫ 6 ਸਾਲ ਦੇ ਵਿੱਚ ਜਾਂ 5 ਸਾਲ ਦੇ ਵਿੱਚ ਦੁੱਗਣੇ ਕਰਨ ਦੀ ਜਿਹੜੀ ਲੁਭਾਵਨੇ ਸੁਪਨੇ ਦਿਖਾਏ ਗਏ ਸੀਗੇ, ਉਹਦੇ ਕਰਕੇ ਇਹਨਾਂ ਨੇ ਜਿੱਥੇ ਆਪਣੀ ਸਾਰੀ ਜਮ੍ਹਾਂ ਪੂੰਜੀ ਵੀ ਪਰਿਵਾਰ ਦੀ ਗਵਾਈ, ਲੋਕਾਂ ਦੇ ਵੱਲੋਂ ਜਮ੍ਹਾਂ ਕਰਾਏ ਪੈਸੇ ਵੀ ਗਵਾਏ, ਕਰਜ਼ਾ ਚੜਾ ਲਿਆ, ਉੱਥੇ ਇਹ ਨੌਜਵਾਨ ਜਿਹੜਾ ਬੇਟਾ ਸੀਗਾ ਉਹ ਵੀ ਇਹਨਾਂ ਦਾ ਗਵਾ ਲਿਆ। ਮਾਤਾ ਜੀ ਇਹ ਜਿਹੜੇ ਸੀਗੇ ਇਹਨਾਂ ਦੇ ਕਿੰਨੇ ਬੱਚੇ ਸੀਗੇ? 3 ਬੱਚੇ ਨੇ ਜੀ, 2 ਬੇਟੀਆਂ ਨੇ, ਹਾਂਜੀ। 1 ਬੇਟਾ। ਤੇ ਫਿਰ ਉਹਨਾਂ ਦਾ ਗੁਜ਼ਾਰਾ ਕਿੱਦਾਂ ਹੁੰਦਾ? ਹੁਣ ਬਹੁਤ ਮੁਸ਼ਕਲ ਹੋ ਰਿਹਾ। ਅੱਛਾ ਜੀ। ਤੁਹਾਨੂੰ ਮੈਂ ਦੱਸ ਨਹੀਂ ਸਕਦੀ ਵੀ ਕਿਵੇਂ ਅਸੀਂ ਗੁਜ਼ਾਰਾ ਕਰਦੇ ਹਾਂ ਤੇ ਕਿਵੇਂ ਅਸੀਂ ਨਿਰਵਾਹ ਕਰਦੇ ਹਾਂ। ਮਾਤਾ ਜੀ ਜਿਹੜਾ ਤੁਸੀਂ ਕੀ ਕੰਮ ਕਰਕੇ ਜਿਹੜਾ ਪੈਸੇ ਜਮ੍ਹਾਂ ਕਰਾਉਂਦੇ ਸੀਗੇ ਉਹਦੇ ਵਿੱਚ? ਅਸੀਂ ਜੀ, ਮੈਂ ਜੀ ਰੂੰ ਦਾ ਕੰਮ ਕਰਦੀ ਸੀ। ਅੱਛਾ ਜੀ। ਰਜਾਈਆਂ ਲੋਕਾਂ ਦੀਆਂ ਭਰਦੀ ਸੀ, ਅੱਛਾ ਜੀ। ਨਗੰਦ ਦੇ ਵੀ ਸੀ। ਵੈਸੇ ਬਹੁਤ ਜਾਣੀ ਕਠਿਨ ਕਮਾਈ ਨਾਲ ਪੈਸਾ ਜੋੜਿਆ ਸੀ, ਬਹੁਤ ਕਠਿਨ ਕਮਾਈ ਦੇ ਨਾਲ। ਅੱਛਾ ਜੀ। ਠੀਕ ਹੈ। ਬਸ ਉਹ ਲਾਲਚ ਨਾਲ ਉਧਰ ਲਵਾਏ ਹੋਏ ਸੀ ਡਾਕਖਾਨੇ 'ਚ, ਉਧਰੋਂ ਕਢਾ ਕੇ ਅਸੀਂ ਇੱਧਰ ਲਾਤੇ। ਤੇ ਸਰਕਾਰ ਤੋਂ ਕੁਝ ਮੰਗ ਕਰਦੇ ਹੋ ਤੁਸੀਂ? ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡਾ ਪੈਸਾ ਦਬਾਵੇ ਸਰਕਾਰ। ਅੱਛਾ ਜੀ। ਠੀਕ ਹੈ ਜੀ। ਸੋ ਗੱਲਬਾਤ ਕਰਦੇ ਇੱਥੇ ਸਾਡੇ ਨਾਲ ਹੋਰ ਸਮਾਜ ਸੇਵੀ ਹੈਗੇ ਆ ਮੰਗੜ ਜੀ ਹੋਰੀ ਜਿਹੜੇ ਕਿ ਸਾਨੂੰ ਇੱਥੇ ਤੱਕ ਲਾਇਆ। ਪਹਿਲਾਂ ਤਾਂ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ, ਤੁਸੀਂ ਸਾਨੂੰ ਇਹੋ ਜਿਹੇ ਪਰਿਵਾਰਾਂ ਨਾਲ ਮਿਲਾਇਆ। ਕੀ ਕਹਿਣਾ ਚਾਹੋਗੇ? ਤੁਸੀਂ ਤਾਂ ਜਿਵੇਂ ਸਮਾਜ ਸੇਵੀ ਹੋ, ਤੁਸੀਂ ਆਪ ਤਾਂ ਚਲੋ ਮਦਦ ਕਰ ਰਹੇ ਹੋ ਜਿਵੇਂ ਸਾਨੂੰ ਹੋਰ ਪਰਿਵਾਰਾਂ ਨੇ ਦੱਸਿਆ, ਪਲੱਸ ਤੁਸੀਂ ਤਾਂ ਪੜ੍ਹੇ ਲਿਖੇ ਹੋ, ਕੀ ਤੁਸੀਂ ਇਹਨਾਂ ਦੀ ਆਵਾਜ਼ ਨੂੰ ਲੈ ਕੇ ਪ੍ਰਸ਼ਾਸਨ ਤੱਕ ਨਹੀਂ ਗਏ? ਬਿਲਕੁਲ ਗਏ ਆ ਜੀ, ਪ੍ਰਸ਼ਾਸਨ ਤੱਕ ਗਏ ਆ। ਇਹਦੇ ਵਿੱਚ ਕਈ ਗੱਲਾਂ ਕਾਊਂਟ ਕਰਦੀਆਂ ਨੇ। ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਨੇ ਜਦੋਂ 2016 'ਚ ਪ੍ਰਾਪਰਟੀਆਂ ਵੇਚ ਕੇ ਇਨਵੈਸਟਰਾਂ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਸੀ, ਪ੍ਰੋਸੈਸ ਚੱਲ ਪਈ ਸੀ। ਥੋੜ੍ਹੀਆਂ ਬਹੁਤੀਆਂ ਪ੍ਰਾਪਰਟੀਆਂ ਵਿਕ ਕੇ ਕੁਛ ਇੱਕ ਇਨਵੈਸਟਰਾਂ ਨੂੰ ਪੈਸੇ ਮੋੜਨੇ ਸ਼ੁਰੂ ਹੋ ਗਏ ਸੀ। ਅੱਛਾ, ਮਤਲਬ ਇਹ ਕੰਮ ਸ਼ੁਰੂ ਹੋ ਗਿਆ ਸੀ? ਹੋ ਗਿਆ ਸੀਗਾ ਜੀ। ਫਿਰ ਇਹਦੇ ਵਿੱਚ ਇੱਕ ਮਾਫੀਆ ਐਂਟਰ ਹੋ ਗਿਆ ਜੀ। ਅੱਛਾ ਜੀ। ਉਹ ਮਾਫੀਆ ਐਂਟਰ ਹੋ ਗਿਆ ਜਿੱਥੋਂ ਕਿਤੇ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਕੋਈ ਗੈਰ ਕਾਨੂੰਨੀ ਕੰਮ ਕਰਨਾ ਹੁੰਦਾ, ਇੱਕ ਮਾਫੀਆ ਦੇ ਨਾਲ ਪੈਰਲਲ ਚੱਲਦਾ ਰਹਿੰਦਾ। ਉਹ ਮਾਫੀਆ ਨੇ ਕੀ ਕਰਿਆ, ਜਿਹੜੇ ਪਰਲ ਕੰਪਨੀ ਦੇ ਡਾਇਰੈਕਟਰ ਸੀਗੇ ਪੁਰਾਣੇ, ਉਹ ਡਾਇਰੈਕਟਰਾਂ ਦੇ ਨਾਲ ਰਲ ਕੇ ਇੱਕ ਕਾਗਜ਼ ਤਿਆਰ ਕਰ ਲਏ ਲੀਜ਼ ਦੇ,
ਲੀਜ਼ ਦੇ ਕਾਗਜ਼ ਤਿਆਰ ਕਰਕੇ ਤੇ ਉਹਨਾਂ ਨੇ ਪ੍ਰਸ਼ਾਸਨ ਤੇ ਜਿੱਦਾਂ ਦੇ ਡਿਪਟੀ ਕਮਿਸ਼ਨਰ ਵਗੈਰਾ ਜਾਂ ਜਿਹੜੇ ਉੱਚ ਅਧਿਕਾਰੀ ਹੁੰਦੇ ਆ ਉਹਨਾਂ ਦੇ ਵੀ ਅੱਖਾਂ ਦੇ ਵਿੱਚ ਉਹਨਾਂ ਨੇ ਘੱਟਾ ਪਾਤਾ ਕਿ ਅਸੀਂ ਇਹ ਸੁਪਰੀਮ ਕੋਰਟ ਦੇ ਰਾਹੀਂ ਲੀਜ਼ ਤੇ ਚੀਜ਼ ਲੈ ਲਈ ਆ। ਉਹ ਜਦੋਂ ਹੁਣ ਇਦਾਂ ਦੇ ਕਾਗਜ਼ਾਂ ਪੱਤਰਾਂ ਦੇ ਵਿੱਚ ਜਦੋਂ ਕੋਈ ਮਾਹਰ ਬੰਦੇ, ਜਦੋਂ ਚਲਾਕ ਬੰਦੇ ਕੋਈ ਇਦਾਂ ਦੀਆਂ ਕਾਰਵਾਈਆਂ ਕਰਦੇ ਆ ਤਾਂ ਆਪਾਂ ਨੂੰ ਪਤਾ ਵੀ ਕਿਉਂਕਿ ਇਦਾਂ ਦੇ ਕੰਮ ਦੇ ਵਿੱਚ ਪ੍ਰਸ਼ਾਸਨ ਨੇ ਸਿੱਧਾ ਕੋਈ ਪਰਸਨਲ ਕੰਮ ਨਹੀਂ ਕਰਨਾ ਹੁੰਦਾ। ਬਿਲਕੁਲ ਠੀਕ ਹੈ ਜੀ। ਉਹ ਜਦੋਂ ਹੁਣ ਇਹ ਗੱਲਾਂ ਆਪ ਹੀ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਨੇ ਜਦੋਂ ਕਹਿ ਦਿੱਤਾ ਤੇ ਉਸ ਤੋਂ ਬਾਅਦ ਤਾਂ ਲੀਜ਼ ਦੀ ਉਹ ਤਾਂ ਜਿਹੜੀ ਹੈ ਸੀਲ ਹੋ ਜਾਂਦੀਆਂ ਪ੍ਰਾਪਰਟੀਆਂ, ਉਹ ਪ੍ਰਾਪਰਟੀਆਂ ਇਹਦਾ ਮਤਲਬ ਕਿਤੇ ਨਾ ਕਿਤੇ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਧੋਖਾ ਦਿੱਤਾ ਜਾ ਰਿਹਾ, ਉਹਨਾਂ ਦੀ ਅੱਖਾਂ 'ਚ ਵੀ ਘੱਟਾ ਪਾਇਆ ਜਾ ਰਿਹਾ। ਦੇਖੋ ਜੀ, ਇਹ ਜਿਹੜਾ ਇਹਨੂੰ ਮਾਫੀਆ ਕਹਿ ਲਓ, ਇਹਨੂੰ ਗੁੰਡਾ ਅਨਸਰ ਕਹਿ ਲਓ, ਇਹਨਾਂ ਦੀ ਗਿਣਤੀ ਬਾਹਲੀ ਜ਼ਿਆਦਾ ਨਹੀਂ ਗੀ ਜੀ। ਇਹਨਾਂ ਦੀ ਗਿਣਤੀ ਜ਼ਿਆਦਾ ਨਹੀਂ, ਪਰ ਇਹ ਪੈਸੇ ਕਮਾਉਂਦੇ ਆ ਜਿਹੜੇ ਇਸ ਧੰਦੇ ਰਾਹੀਂ ਪੂਰੇ ਪੰਜਾਬ ਦੇ ਵਿੱਚੋਂ ਜਾਂ ਪੂਰੇ ਭਾਰਤ ਦੇ ਵਿੱਚੋਂ। ਇਹਨਾਂ ਦੇ ਕਨੈਕਸ਼ਨ ਪਰਲ ਕੰਪਨੀ ਦੇ ਵਕੀਲਾਂ ਨਾਲ, ਪਰਲ ਕੰਪਨੀ ਦੇ ਡਾਇਰੈਕਟਰਾਂ ਨਾਲ। ਉਸ ਜਦੋਂ ਟੈਕਨੀਕਲ ਤੌਰ ਤੇ ਇਹਨਾਂ ਦੇ ਕੋਲ ਵਕੀਲ ਨੇ ਜੀ, ਉਹ 5-5 ਲੱਖ ਵਾਲੇ ਵਕੀਲ ਇਹਨਾਂ ਕੋਲ ਖੜੇ ਨੇ, ਇਹ ਐਦਾਂ ਦੇ ਡਾਕੂਮੈਂਟ ਤਿਆਰ ਕਰਦੇ। ਸਾਨੂੰ ਹੁਣ ਪਤਾ ਲੱਗਿਆ ਕਿਉਂਕਿ ਅਸੀਂ ਕਾਫੀ ਦੇਰ ਦੇ ਰੌਲਾ ਪਾ ਰਹੇ ਹਾਂ, ਸਾਡੀ ਖੁਦ ਦੀ ਸਰਕਾਰ ਆ, ਅਸੀਂ ਇਹ ਰੌਲਾ ਪਾ ਰਹੇ ਸੀ ਕਿ ਇਦਾਂ ਦਾ ਵੀ ਸਰਕਾਰ ਨੂੰ ਐਕਸ਼ਨ ਲਵੇ। ਹੁਣ ਸਾਨੂੰ ਪਿਛਲੇ 10-15 ਦਿਨਾਂ ਤੋਂ ਜਿਹੜੀਆਂ ਗੱਲਾਂ ਖੁੱਲ੍ਹ ਕੇ ਪਤਾ ਆਉਣ ਲੱਗੀਆਂ ਨੇ ਕਿ ਐਕਸ਼ਨ ਕਿਉਂ ਨਹੀਂ ਹੋ ਰਿਹਾ। ਅਸੀਂ ਆਪਦੇ ਲੀਡਰ ਸਾਹਿਬਾਨ ਕੋ ਜਾਂਦੇ ਹਾਂ, ਹੁਣ ਸਾਨੂੰ ਜਿਹੜੀਆਂ ਗੱਲਾਂ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਨੇ ਵੀ ਇਹ ਜਿਹੜੇ ਮਾਫੀਆ ਗੁੰਡਾ ਕਿਸਮ ਦੇ ਲੋਕ ਆ, ਇਹ ਲੋਕਲ ਲੈਵਲ ਤੇ ਛੋਟੇ ਲੈਵਲ ਤੇ ਪੁਲਿਸ ਵਗੈਰਾ ਨਾਲ ਮਿਲ ਕੇ ਜਾਲੀ ਪੇਪਰਾਂ ਨੂੰ ਅੱਗੇ ਇਹ ਡੀਸੀ ਸਾਹਿਬ ਜਾਂ ਕਮਿਸ਼ਨਰ ਸਾਹਿਬ ਜਾਂ ਜਿਹੜੇ ਸਮਝ ਲਓ ਪੰਜਾਬ ਲੈਵਲ ਤੇ ਕੋਈ ਐਕਸ਼ਨ ਹੋਣਾ, ਉਹਨਾਂ ਨੂੰ ਇਹ ਫੋਰਜਡ ਪੇਪਰ ਦਿਖਾ ਕੇ ਗੁੰਮਰਾਹ ਕਰੀ ਗਏ ਆ ਕਿ ਅਸੀਂ ਇੱਕ ਕਾਨੂੰਨੀ ਤੌਰ ਤੇ ਪੈਸੇ ਦੇ ਕੇ ਇਹ ਚੀਜ਼ਾਂ ਕਰ ਰਹੇ ਹਾਂ। ਜਦੋਂ ਹੁਣ ਕਿਸੇ ਚੀਜ਼ ਤੇ ਕਬਜ਼ਾ ਹੋਇਆ ਹੁੰਦਾ ਵਾ, ਉਹ ਕੋਈ ਕਰ ਰਿਹਾ ਹੁੰਦਾ, ਉਹਨੂੰ ਵਿਕਣ 'ਚ ਫਿਰ ਦੇਰੀ ਲੱਗਦੀ ਆ। ਪ੍ਰਸ਼ਾਸਨ ਵੀ ਇਹਨਾਂ ਦੇ ਮਤਲਬ ਜਿਹੜਾ ਇਹਨਾਂ ਦਾ ਜਾਲ ਸੀਗਾ, ਪ੍ਰਸ਼ਾਸਨ ਉਹ ਜਾਲ 'ਚ ਫਸ ਗਿਆ, ਉਹ ਸਮਝ ਨਹੀਂ ਪਾਇਆ। ਉਹ ਪ੍ਰਸ਼ਾਸਨ ਨੂੰ ਇੰਨਾ ਸਮਝ ਨਹੀਂ ਪਾਇਆ ਕਿ ਇਹ ਸਹੀ ਆ ਕਿ ਗਲਤ ਆ। ਹੁਣ ਜਦੋਂ ਪਰਤਾਂ ਖੁੱਲੀਆਂ ਨੇ, ਪਰਤਾਂ ਖੁੱਲ੍ਹ ਕੇ ਪਤਾ ਲੱਗਿਆ ਵੀ ਇਹਦੇ ਵਿੱਚ ਕੋਈ ਪ੍ਰਸ਼ਾਸਨ ਦੀ ਅਣਗਹਿਲੀ ਨਹੀਂ ਆਪਾਂ ਕਹਿ ਸਕਦੇ, ਉਹਨੂੰ ਮਤਲਬ ਪ੍ਰਸ਼ਾਸਨ ਨੂੰ ਧੋਖਾ ਦਿੱਤਾ ਗਿਆ, ਪ੍ਰਸ਼ਾਸਨ ਨੂੰ ਮੈਨੂਪਲੇਟ ਕੀਤਾ ਗਿਆ। ਜਿਹੜੇ ਸਾਡੇ ਪੋਲੀਟੀਕਲ ਲੀਡਰ ਨੇ ਜਿਨ੍ਹਾਂ ਦੇ ਮਤਲਬ ਅਸੀਂ ਅੱਗੇ ਵਰਕਰ ਆ, ਉਹ ਲੀਡਰ ਸਾਹਿਬਾਨ ਵੀ ਜਿਹੜੇ ਉੱਚੇ ਅਹੁਦਿਆਂ ਤੇ ਬੈਠੇ ਨੇ, ਉਹਨਾਂ ਤੱਕ ਵੀ ਇਹ ਧੋਖਾ ਪਹੁੰਚਦਾ ਕਰਿਆ ਗਿਆ। ਇੱਕ ਬੜਾ ਵਧੀਆ ਫਰੇਮਵਰਕ ਤਿਆਰ ਕਰਕੇ, ਬੜੇ ਵਧੀਆ ਕਾਗਜ਼ ਤਿਆਰ ਕਰਕੇ ਵਕੀਲਾਂ ਦੁਆਰਾ ਉਹਨਾਂ ਨੂੰ ਵੀ ਇਹ ਦਿਖਾਏ ਗਏ ਆ ਕਿ ਅਸੀਂ ਲੀਗਲ ਤੌਰ ਤੇ ਕੰਮ ਕਰ ਰਹੇ ਹਾਂ। ਮੈਨੂੰ ਇੱਕ ਗੱਲ ਦੱਸੋ ਮੰਗੜ ਜੀ, ਕਿਤੇ ਨਾ ਕਿਤੇ ਮਾਫੀਆ ਦੀ ਤੁਸੀਂ ਗੱਲ ਕੀਤੀ ਹੈ, ਮਾਫੀਆ ਇਹ ਵੀ ਕਿਹਾ ਜਾਂਦਾ ਬਿਨਾਂ ਰਾਜਨੀਤਿਕ ਸ਼ੈਲਟਰ ਦੇ ਮਾਫੀਆ ਕੰਮ ਨਹੀਂ ਕਰ ਸਕਦਾ, ਕਿਉਂਕਿ ਤੁਹਾਨੂੰ ਵੀ ਪਤਾ ਹੋਏਗਾ, ਤੁਸੀਂ ਬੜੀ ਦੇਰ ਦੇ ਇੱਥੇ ਰਹਿੰਦੇ ਹੋ। ਇਹ ਪਰਲ ਕੰਪਨੀ ਜਦੋਂ ਕਿ ਅਕਾਲੀ ਦਲ ਦੀ ਸਰਕਾਰ ਸੀ, ਉਹਨਾਂ ਦੇ ਬਿਲਕੁਲ ਨਾਲ ਰਹਿੰਦੇ ਸੀਗੇ ਔਰ ਉਹਨਾਂ ਦੇ ਵੱਲੋਂ ਕਰਾਏ ਜਾਣ ਵਾਲੇ ਸਰਕਾਰੀ ਜਿਹੜੇ ਕਬੱਡੀ ਦੇ ਟੂਰਨਾਮੈਂਟ ਸੀ ਇੰਟਰਨੈਸ਼ਨਲ, ਉਹਨਾਂ ਨੂੰ ਸਪਾਂਸਰ ਹੁੰਦੇ ਸੀ ਮੇਨ। ਸੋ ਹੋ ਸਕਦਾ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਅਕਾਲੀ ਜਿਹੜੀ ਸਰਕਾਰ ਸਹੀ ਆ, ਰਾਜਨੀਤਿਕ ਹੈਗੇ ਵੱਡੇ ਵੱਡੇ ਨੇਤਾ, ਉਹਨਾਂ ਦਾ ਵੀ ਹੱਥ ਹੋਵੇ। ਉਹ ਸ਼ੁਰੂ ਅਕਾਲੀਆਂ ਨੇ ਕੀਤਾ ਜੀ। ਹੁਣ ਜੇ ਹੁਣ ਇੱਕ ਮੈਂ ਆਪਣੇ ਆਪ ਨੂੰ ਸਮਾਜ ਸੇਵੀ ਕਹਿਤਾ, ਮੈਂ ਇਹ ਚੰਗਾ ਨਹੀਂ ਲੱਗਦਾ ਕਿ ਮੈਂ ਦੂਸ਼ਣ ਲਾਵਾਂ ਤਾਂ ਅਗਲੇ ਨੂੰ ਲੱਗੇ ਕਿਉਂਕਿ ਇਹ ਪੋਲੀਟੀਕਲ ਗੇਮ ਖੇਡ ਰਹੇ ਆ ਕਾਂਗਰਸ ਵਾਲੇ। ਪਰ ਜਿਹੜੀ ਸੱਚਾਈ ਆ, ਇਹ ਅਕਾਲੀ ਦਲ ਦੀ ਪੈਦਾਵਾਰ ਆ ਜੀ। ਅਕਾਲੀ ਦਲ ਨੇ ਇਹਨੂੰ ਪ੍ਰਫੁੱਲਤ ਕੀਤਾ ਤੇ ਅਕਾਲੀ ਦਲ ਨੇ ਹੀ ਇਹਨੂੰ ਪ੍ਰਫੁੱਲਤ ਕਰਕੇ ਇੱਥੇ ਤੱਕ ਪਹੁੰਚਦਾ ਕਰਿਆ ਵਾ। ਇਸ ਦੇ ਵਿੱਚ ਫਿਰ ਕੀ ਹੋਇਆ, ਫਿਰ ਕੀ ਹੋਣਾ ਸੀਗਾ ਕਿ ਜਿਹੜੇ ਹੁਣ ਕਈ ਸਮਾਜ ਵਿਰੋਧੀ ਅਨਸਰ ਆ, ਦੇਖੋ ਵੋਟ ਤਾਂ ਹਰੇਕ ਬੰਦੇ ਨੇ ਪਾਉਣੀ। ਬਿਲਕੁਲ ਜੀ। ਰਾਮਗੜ੍ਹ ਪਿੰਡ ਦੇ ਵਿੱਚ ਕੁਝ ਅਕਾਲੀ ਮਾਈਂਡਡ ਲੋਕ ਨੇ, ਕੁਝ ਕਾਂਗਰਸ ਨੇ, ਕੁਝ ਦੂਜੀਆਂ ਪਾਰਟੀਆਂ ਦੇ ਨੇ। ਹੁਣ ਇੱਕ ਬੰਦਾ ਕੋਈ ਵੀ ਲੈ ਲਈਏ, ਉਹਦੀ ਕੋਈ ਨਾ ਕੋਈ ਜ਼ਰੂਰ ਪੋਲੀਟੀਕਲ ਬੈਕਗਰਾਊਂਡ ਹੁੰਦੀ ਆ। ਉਹ ਜ਼ਰੂਰੀ ਨਹੀਂ ਕਿ ਉਹ ਪਾਰਟੀ ਲਈ ਕੋਈ ਵਧੀਆ ਹੀ ਕੰਮ ਕਰੇ, ਉਹ ਕਿਸੇ ਪਾਰਟੀ ਦਾ ਵਰਕਰ ਹੋ ਕੇ। ਹੁਣ ਸਾਡੀ ਪਾਰਟੀ ਦੇ ਵਿੱਚ ਵੀ ਹੋ ਸਕਦਾ ਕੁਝ ਇੱਦਾਂ ਦੇ ਵਰਕਰ ਹੋਣ, ਪਰ ਉਹ ਕਿਸੇ ਪਾਰਟੀ ਨਾਲ ਸੰਬੰਧਿਤ। ਮੈਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਤੇ ਮੈਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਤੇ ਉਹਦੇ ਵਿੱਚ ਫਿਰ ਇਸ ਤੋਂ ਬਾਅਦ ਜਿਹੜਾ ਨੈਕਸਟ ਜਿਹੜਾ ਪਹਿਲਾਂ ਪਰਲ ਵਾਲੀ ਗੱਲ ਕਰਦੇ ਆ, ਕਬੱਡੀ ਕੱਪ ਵਗੈਰਾ, ਸ਼ੁਰੂ ਤਾਂ ਇੱਥੋਂ ਹੀ ਹੋਇਆ ਸਾਰਾ ਕੁਝ। ਉਹਨਾਂ ਨੇ ਸਾਰੀ ਲੁੱਟ ਮਚਾਈ ਆ। ਫਿਰ ਇਹਦੇ ਵਿੱਚ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਉਹ ਸ਼ਾਮਲ ਹੁੰਦੇ ਗਏ।
ਉਹ ਕਿਸੇ ਵੀ ਪਾਰਟੀ ਦੇ ਨਹੀਂ ਹੁੰਦੇ। ਬਿਲਕੁਲ ਠੀਕ। ਜਿਹੜਾ ਸਮਾਜ ਦੇ ਵਿਰੁੱਧ ਕਰਨਾ, ਜਿਹਨੇ ਹੁਣ ਹੇਰਾ ਫੇਰੀ ਵਾਲਾ ਕੰਮ ਕਰਨਾ ਵਾ, ਉਹਨੇ ਚੋਰੀ ਚਕਾਰੀ ਕਰਨੀ ਆ, ਉਹਨੇ ਗਲਤ ਡਾਕੂਮੈਂਟ ਤਿਆਰ ਕਰਨੇ ਆ, ਉਹ ਫਿਰ ਕੋਈ ਉਹਦੀ ਪਾਰਟੀ ਧਰਮ ਨਹੀਂ, ਉਹਦਾ ਧਰਮ ਪੈਸਾ ਹੋ ਜਾਂਦਾ। ਉਹ ਪੈਸਾ ਧਰਮ ਜਦ ਹੋ ਜਾਂਦਾ, ਜਦੋਂ ਇਹ ਇਦਾਂ ਦੀਆਂ ਆਵਾਜ਼ਾਂ ਉੱਠਦੀਆਂ ਨੇ, ਪ੍ਰੋਟੈਸਟ ਹੁੰਦੇ ਆ ਕਿ ਇਦਾਂ ਦੇ ਪੈਸੇ ਗਰੀਬਾਂ ਨੂੰ ਮਿਲ ਕਿਉਂ ਨਹੀਂ ਰਹੇ, ਤਾਂ ਉਹ ਜਿਹੜਾ ਵਾ ਗੁੰਡਾ ਆਨਸਰ ਕਹਿ ਲਓ, ਮਾਫੀਆ ਕਹਿ ਲਓ, ਉਹ ਅਫਸਰਾਂ ਕੋਲ ਪਹੁੰਚ ਕੇ ਇੱਕ ਜਾਲੀ ਕਾਗਜ਼ ਉਹਨਾਂ ਨੂੰ ਦਿਖਾ ਕੇ ਆਪਣੀ ਜਿਹੜੀ ਜ਼ਮੀਨ ਆ ਉਹ ਤਿਆਰ ਕਰ ਲੈਂਦਾ, ਤਾਂ ਕਰਕੇ ਉਹਨਾਂ ਦੀ ਰਿਪੋਰਟਾਂ ਅੱਗੇ ਨਾ ਪਹੁੰਚ ਜਾਣ। ਨਹੀਂ, ਇਹਦੇ ਵਿੱਚ ਇੱਕ ਗੱਲ ਦੱਸੋ, ਤੁਸੀਂ ਜਿਵੇਂ ਖੁਦ ਦੱਸਿਆ ਤੁਸੀਂ ਕਾਂਗਰਸੀ ਆਗੂ, ਔਰ ਇਸ ਟਾਈਮ ਜਿਹੜਾ ਨਵਜੋਤ ਸਿੰਘ ਸਿੱਧੂ ਹੈਗੇ ਹੈ ਉਹ ਇਮਾਨਦਾਰੀ ਦਾ ਬੜਾ ਡੰਕਾ ਵਜਾ ਰਹੇ ਹੈ, ਕੈਪਟਨ ਅਮਰਿੰਦਰ ਸਿੰਘ ਵੀ ਇਸ ਟਾਈਮ ਬੇਅਦਬੀ ਦਾ ਮਾਮਲਾ ਹੋਵੇ ਜਾਂ ਕੁਝ ਵੀ ਹੋਵੇ, ਜੇ ਤੁਹਾਨੂੰ ਪਤਾ ਹੀ ਹੈ ਕਿ ਅਕਾਲੀ ਦਲ ਦੇ ਕਿਤੇ ਨਾ ਕਿਤੇ ਸੰਰਕਸ਼ਣ ਰਿਹਾ ਇਹਨਾਂ ਦਾ, ਤੇ ਕਿਉਂ ਨਹੀਂ ਤੁਸੀਂ ਇਹ ਗੱਲਾਂ ਉਹਨਾਂ ਤੱਕ ਪਹੁੰਚਾਈਆਂ? ਜਿਵੇਂ ਤੁਸੀਂ ਸਾਨੂੰ ਇੱਥੇ ਤੱਕ ਤੁਸੀਂ ਲਿਆਏ ਐਜ਼ ਏ ਮੀਡੀਆ ਨੂੰ, ਪਰ ਜੇ ਤੁਸੀਂ ਪਹਿਲਾਂ ਤਾਂ ਆਪਣੀ ਸਰਕਾਰ ਹੈ ਤੁਹਾਡੀ, ਤੁਸੀਂ ਉੱਥੇ ਹੀ ਕੰਮ ਨੁਕੇਲ ਕਰ ਸਕਦੇ ਸੀ, ਕੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ? ਹੋ ਰਹੀ ਹੈ ਜੀ, ਸੁਣਵਾਈ ਬਿਲਕੁਲ ਹੋ ਰਹੀ ਹੈ। ਜਿਹੜੀ ਮੈਂ ਤੁਹਾਨੂੰ ਗੱਲ ਦੱਸ ਕੇ ਹਟਿਆ, ਜਿਹੜੇ ਫੋਰਜ ਡਾਕੂਮੈਂਟ ਸੀਗੇ, ਹੁਣ ਜਦੋਂ ਇਹ ਮੁੱਦਾ ਉੱਠਿਆ, ਪਹਿਲਾਂ ਤਾਂ ਲੋਕਾਂ ਨੇ ਠਾਲਿਆ ਸੀ ਮੁੱਦਾ, ਇਹ ਆਮ ਲੋਕਾਂ ਨੇ ਠਾਲਿਆ, ਕਈ ਬਰਨਾਲੇ ਵਾਲੀ ਸਾਈਡ ਤੋਂ, ਮੋਗੇ ਵਾਲੀ ਸਾਈਡ ਤੋਂ। ਉਦੋਂ ਕੀ ਹੋਇਆ, ਜਿੰਨੇ ਵੀ ਲੋਕਾਂ ਨੇ ਇਹਦੇ ਉੱਤੇ ਕਬਜ਼ੇ ਕਰਕੇ ਰੱਖੇ ਹੋਏ ਆ, ਉਹਨਾਂ ਨੇ ਜਾਲੀ ਪੇਪਰ ਜਿਹੜੇ ਪਰਲ ਦੇ ਵਕੀਲਾਂ ਦੇ ਰਾਹੀਂ, ਪਰਲ ਦੇ ਡਾਇਰੈਕਟਰਾਂ ਰਾਹੀਂ ਤਿਆਰ ਕਰੇ ਸੀਗੇ, ਉਹ ਜਦ ਉਹਨਾਂ ਨੂੰ ਕੋਈ ਸੱਦਦੇ ਸੀਗੇ, SP ਲੈਵਲ ਦੇ ਅਫਸਰ ਜਾਂ ਕੋਈ CP ਸਾਹਿਬ ਜਾਂ ਕੋਈ ਹੋਰ, ਉਹ ਜਾਲੀ ਡਾਕੂਮੈਂਟ ਦਿਖਾਏ ਆਉਂਦੇ ਸੀਗੇ ਕਿ ਅਸੀਂ ਤਾਂ ਲੀਜ਼ 'ਤੇ ਲਈ ਹੋਈ ਆ, ਤਾਂ ਕਰਕੇ ਉਹ ਜਿਹੜੀ ਫਾਈਲ ਆ ਉੱਥੇ ਹੀ ਰਹਿ ਜਾਂਦੀ ਸੀ। ਜੇ ਉਦੋਂ ਕੋਈ ਹੋਰ ਲੋਕ ਇਹਦੇ ਵਿੱਚ ਇਨਵੋਲਵ ਹੋ ਕੇ ਦੱਸਦੇ ਕਿ ਇਹ ਜਾਲੀ ਡਾਕੂਮੈਂਟ ਨੇ, ਤਾਂ ਹੁਣ ਤੱਕ ਸਰਕਾਰ ਨੇ ਇਹਨਾਂ ਨੂੰ ਗਲ ਤੋਂ ਫੜ ਲੈਣਾ ਸੀ। ਸਰਕਾਰ ਦੇ ਕੋਲ ਜਿੰਨਾ ਚਿਰ ਪ੍ਰੂਫ ਨਹੀਂ ਜਾਂਦਾ ਜੀ, ਉਹਨਾਂ ਚਿਰ ਸਰਕਾਰ ਕਾਰਵਾਈ ਨਹੀਂ ਕਰ ਸਕਦੀ। ਜਿੰਨਾ ਚਿਰ ਸਰਕਾਰ ਕੋ, ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਇਹਦੇ ਵਿੱਚ ਜਿੰਨਾ ਵੀ ਸਾਰਾ ਖੇਡ ਆ, ਇਹ ਪੈਸੇ ਬਣਾਉਣ ਵਾਲਿਆਂ ਦੀ ਖੇਡ ਆ, ਇਹ ਸਮਾਜ ਵਿਰੋਧੀ ਅਨਸਰ ਨੇ, ਇਹਨਾਂ ਨੇ ਰਲ ਮਿਲ ਕੇ, ਇਹਨਾਂ ਦੇ ਗਰੋਹ ਬਣੇ ਹੋਏ ਨੇ ਆਪਸ 'ਚ, ਉਹ ਸਾਰਾ ਕੁਛ ਠੱਗੀ ਠੋਰੀ ਕਰਦੇ ਆ, ਔਰ ਪ੍ਰਸ਼ਾਸਨ ਦੀਆਂ ਅੱਖਾਂ ਦੇ ਵਿੱਚ ਧੂੜ ਪਾਈ ਜਾਂਦੇ ਆ। ਹੁਣ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ, ਤੁਸੀਂ ਕਿਹਾ ਸਿੱਧੂ ਸਾਹਿਬ ਇਮਾਨਦਾਰ ਨੇ, ਸਿੱਧੂ ਸਾਹਿਬ ਇਮਾਨਦਾਰ ਨੇ, ਕੈਪਟਨ ਸਾਹਿਬ ਵੀ ਇਮਾਨਦਾਰ ਨੇ, ਸਾਡੀ ਕਾਂਗਰਸ ਪਾਰਟੀ ਦੇ ਵਿੱਚ ਜ਼ਿਆਦਾਤਰ ਲੋਕ ਇਮਾਨਦਾਰ ਹੀ ਨੇ। ਪਰ ਮਸਲਾ ਇਹ ਹੋ ਜਾਂਦਾ ਜਦ ਉਹ ਮੈਨੂਪਲੇਟ ਕਰ ਦਿੰਦੇ ਆ ਨਾ ਚੀਜ਼ਾਂ। ਹੁਣ ਤੁਸੀਂ ਅਫਸਰ ਹੋ, ਤੁਹਾਡੇ ਕੋਲ ਜਾ ਕੇ ਕੋਈ ਗਲਤ ਫਾਈਲ ਮੈਂ ਦਿਖਾ ਦੇਵਾਂ, ਤੁਸੀਂ ਉਹ ਫਾਈਲ ਨੂੰ ਦੇਖ ਕੇ ਅੱਗੇ ਡਿਸੀਜਨ ਲੈਣਾ। ਇਹ ਮਸਲਾ ਤਾਂ ਇਹ ਆ ਵੀ ਜਿਹੜੇ ਪਰਲ ਦੇ ਵਕੀਲਾਂ ਨੇ, ਜਿਹੜੇ ਡਾਇਰੈਕਟਰਾਂ ਨੇ, ਜਿਹੜੇ ਇਹ ਲੋਕਲ ਲੈਵਲ 'ਤੇ ਪਿੰਡਾਂ ਦੇ ਵਿੱਚ ਏਜੰਟ ਬੈਠੇ ਆ, ਠੱਗੀ ਠੋਰੀ ਕਰਕੇ ਆਪਦਾ ਪੈਸਾ ਬਣਾ ਰਿਹਾ, ਇਸ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਪ੍ਰਸ਼ਾਸਨ ਨੂੰ ਕਰਨੀ ਪੈਣੀ ਆ, ਔਰ ਪ੍ਰਸ਼ਾਸਨ ਕਰੂਗਾ ਵੀ। ਕਿਉਂ ਕਰਕੇ ਹੁਣ ਤੱਕ ਪ੍ਰਸ਼ਾਸਨ ਨੂੰ ਇਹ ਲੱਗਦਾ ਸੀ ਕਿ ਇਹ ਕੋਈ ਨਜਾਇਜ਼ ਨਹੀਂ ਹੋ ਰਿਹਾ, ਇਹ ਜੈਨੂਅਨ ਤੌਰ ਤੇ ਕੰਮ ਹੋ ਰਿਹਾ। ਪਰ ਹੁਣ ਅਸੀਂ ਸਾਰੀਆਂ ਗੱਲਾਂ ਪ੍ਰਸ਼ਾਸਨ ਨੂੰ ਸੁਣਨ ਨੂੰ ਮਿਲਿਆ ਕਿ ਜਿਹੜੀ ਪਰਲ ਕੰਪਨੀ ਦੀ ਜਿਹੜੀ ਜ਼ਮੀਨਾਂ ਪਈਆਂ, ਜਿਹੜੀ ਕਿ ਕੋਰਟ ਨੇ ਵੇਚਣ ਲਈ ਕਹਿਤੀ, ਉਹ ਕੁਛ ਪਰਲ ਕੰਪਨੀ ਦੇ ਜਾਂ ਪਿੰਡ ਦੇ ਇਲਾਕੇ ਦੇ ਲੋਕ, ਮੌਕਾ ਪ੍ਰਸਤ ਲੋਕ, ਸਾਰੇ ਨਹੀਂ ਮੌਕਾ ਪ੍ਰਸਤ ਲੋਕ, ਉਹਨੂੰ ਅੱਧੇ 25 ਪੈਸੇ ਰੇਟ ਤੇ ਜਿਹੜੇ ਵੇਚੀ ਜਾ ਰਹੇ ਆ, ਔਰ ਪ੍ਰਸ਼ਾਸਨ ਉੱਥੇ ਵੀ ਚੁੱਪ ਬੈਠਾ। ਹੁਣ ਦੇਖੋ ਜੀ, ਇੱਥੇ ਇੱਕ 3 ਕਿੱਲੇ ਦੇ ਵਿੱਚ ਜਗ੍ਹਾ ਸੀਗੀ, ਉੱਥੇ ਤਿਆਗਰਾਜਨ ਨਾਂ ਦੇ ਇੱਕ ਡਾਇਰੈਕਟਰ ਦੇ ਨਾਂ ਜਗ੍ਹਾ ਸੀਗੀ। ਉਹ ਹੁਣ ਜਿਹੜਾ ਲੈਂਡ ਮਾਫੀਆ ਟਾਈਪ ਲੋਕ ਹੁੰਦੇ ਆ, ਉਹਨਾਂ ਨੇ ਤਿਆਗਰਾਜਨ ਨਾਂ ਦਾ ਬੰਦਾ ਬਣਾ ਲਿਆ, ਉਹਦੀ ID UD ਬਣਾ ਲਈ। ਹੁਣ ਜਦੋਂ ਉਹਨਾਂ ਦੀਆਂ ਰਜਿਸਟਰੀਆਂ ਵਗੈਰਾ ਹੋਣੀਆਂ ਨੇ, ਜਦ ਉਹ ਬੰਦੇ ਦੀ ID, ਉਹਦੇ ਪ੍ਰੂਫ ਹੀ ਸਾਰੇ ਆਪਾਂ ਨਕਲੀ ਬਣਾ ਲਏ, ਉਹਨੂੰ ਪ੍ਰਸ਼ਾਸਨ ਨਹੀਂ ਫੜ ਸਕਦਾ, ਉਹਨੂੰ DC ਸਾਹਿਬ ਨਹੀਂ ਫੜ ਸਕਦੇ, ਉਹਨੂੰ ਤਹਿਸੀਲਦਾਰ ਸਾਹਿਬ ਨਹੀਂ ਫੜ ਸਕਦੇ। ਇਹ ਤਾਂ ਹੁਣ ਇਹ ਜਿਹੜੇ ਬੰਦਿਆਂ ਨੇ ਜਾਲੀ ਡਾਕੂਮੈਂਟ ਬਣਾ ਕੇ ਸਾਰੇ ਕਾਰੇ ਕਰੇ ਆ, ਜਾਂ ਹੋਰ ਵੀ ਜਗ੍ਹਾ 'ਤੇ 1-2 ਜਗ੍ਹਾ ਹੋਰ ਵੀ ਨੇ ਜਿੱਥੇ ਕੋਈ ਕਲੋਨੀ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹ ਸਾਰੇ ਇਹ ਰਾਮਗੜ੍ਹ ਦੀ ਹੱਦ ਦੇ ਵਿੱਚ ਹੀ ਨੇੜੇ ਤੇੜੇ ਨੇ। ਠੀਕ ਹੈ ਜੀ। ਉਹਨਾਂ ਨੇ ਜਦੋਂ ਜਾਲੀ ਸਾਰੇ ਡਾਕੂਮੈਂਟ ਹੀ ਜਾਲੀ ਬਣਾ ਲਏ, ਉਹ ਜਦ ਤੁਸੀਂ ਕੋਈ ਵੀ ਸ਼ਿਕਾਇਤ ਕਰਦਾ ਸੀ ਤਾਂ ਉੱਥੇ ਕਾਗਜ਼ਾਂ ਦੇ ਵਿੱਚ ਉਹ ਸਾਰਾ ਕੁਝ ਸਹੀ ਪਾਉਂਦਾ ਸੀ। तो फिर ਜਿਹੜਾ ਪ੍ਰਸ਼ਾਸਨ ਹੁੰਦਾ ਉਹ ਕਿਸੇ ਐਦਾਂ ਦੀ ਕਾਰਵਾਈ ਨਹੀਂ ਨਾ ਕਰ ਸਕਦਾ ਕਿ ਸਹੀ ਬੰਦੇ DC ਸਾਹਿਬ ਜਾਂ CP ਸਾਹਿਬ ਨੂੰ ਮਿਲੇ, ਕਿਉਂਕਿ ਤੁਸੀਂ ਤਾਂ ਖੁਦ ਕਾਂਗਰਸੀ ਇੱਕ ਅਸੀਂ ਸਾਨੂੰ ਹੁਣ ਬਹੁਤ ਭਰੋਸਾ ਮਿਲਿਆ ਪਿਛਲੇ 10-15 ਦਿਨਾਂ ਤੋਂ। ਕਿਹਦੇ ਤੋਂ? DC ਸਾਹਿਬ ਤੋਂ ਵੀ ਮਿਲਿਆ, CP ਸਾਹਿਬ ਤੋਂ ਵੀ ਮਿਲਿਆ, ਤੇ ਸਾਡੀ ਜਿਹੜੀ ਪਾਰਟੀ ਦੇ ਉੱਚ ਲੀਡਰ ਨੇ ਉਹ ਸਾਰੇ ਹੀ ਲੀਡਰ ਨੇ, ਚਾਹੇ ਡਾਕਟਰ ਸਾਹਿਬ ਨੇ, ਡਾਕਟਰ ਅਮਰ ਸਿੰਘ ਜੀ ਨੇ, ਸ਼ਹਿਰ ਦੇ ਵਿੱਚ ਸਾਡੇ ਸਾਰੇ ਜਿਹੜੇ ਲੀਡਰ ਬੈਠੇ ਆ, ਉਹਨਾਂ ਨੇ ਵੀ ਸਾਨੂੰ ਭਰੋਸਾ ਦਿੱਤਾ ਕਿ ਸਾਨੂੰ ਤਾਂ ਹੁਣ ਤੱਕ ਆਹ ਰਿਪੋਰਟਾਂ ਸੀਗੀਆਂ ਕਿ ਇਹ ਲੀਗਲ ਕੰਮ ਹੋ ਰਿਹਾ। ਹੁਣ ਉਹਨਾਂ ਨੂੰ ਅਸੀਂ ਸਾਰਾ ਕੁਝ ਦੱਸਤਾ, ਐਕਸਪਲੇਨ ਕਰਦਾ ਕਿ ਇਹ ਲੀਗਲ ਨਹੀਂਗਾ, ਇਹਦੇ ਵਿੱਚ ਅੱਖਾਂ ਘੱਟਾ ਪਾ ਕੇ ਪ੍ਰਸ਼ਾਸਨ ਨੂੰ ਬੇਵਕੂਫ ਬਣਾ ਕੇ ਇਹ ਚਾਲੂ ਕਿਸਮ ਦੇ ਲੋਕਾਂ ਨੇ ਇਹ ਸਾਰੀ ਠੱਗੀ ਪ੍ਰਸ਼ਾਸਨ ਨਾਲ ਤਾਂ ਕਰੀ, ਉਹ ਕਰੀ ਆ, ਲੋਕਾਂ ਨਾਲ ਵੀ ਕਰੀ ਆ, 420 ਜਿਹੜੀ ਇਹਨਾਂ ਦੀ ਕਰੀ ਆ,
ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਵੇ ਔਰ ਇਹਨਾਂ ਨੂੰ ਇਹਨਾਂ ਦੀ ਬਣਦੀ ਜਗ੍ਹਾ ਭੇਜਿਆ ਜਾਵੇ ਔਰ ਲੋਕਾਂ ਦਾ ਪੈਸਾ ਪ੍ਰਸ਼ਾਸਨ ਬਿਲਕੁਲ ਮੋੜਨ ਲਈ ਵਚਨਬੱਧ ਆ, ਸਰਕਾਰ ਮੋੜਨ ਲਈ ਵਚਨਬੱਧ ਆ। ਸਰਕਾਰ ਇਹਦੇ ਲਈ ਕੰਮ ਕਰ ਰਹੀ ਹੈ। ਤੁਹਾਨੂੰ 2 ਮਹੀਨਿਆਂ ਦੇ ਵਿੱਚ ਰਿਜ਼ਲਟ ਪਤਾ ਲੱਗਣਗੇ। ਕੈਪਟਨ ਸਾਹਿਬ ਵੀ ਸੁਹਿਰਦ ਬੰਦੇ ਨੇ, ਸਿੱਧੂ ਸਾਹਿਬ ਵੀ ਬੜੇ ਸੁਹਿਰਦ ਨੇ। ਇਹਦੇ ਵਿੱਚ ਤੁਹਾਨੂੰ 2-3 ਮਹੀਨਿਆਂ 'ਚ ਦੇਖੋ ਬੜੀ ਵਧੀਆ ਡਿਵੈਲਪਮੈਂਟ ਦੇਖਣ ਨੂੰ ਮਿਲੂ। ਧੰਨਵਾਦ। ਸੋ ਦੋਸਤੋ, ਇਹ ਸੀਗੇ ਮੰਗੜ ਸਾਹਿਬ ਜਿਹੜੇ ਕਿ ਸਮਾਜ ਸੇਵੀ ਆ ਔਰ ਇਹ ਪਰਿਵਾਰ ਹੈ ਜਿਨ੍ਹਾਂ ਦੇ ਕੋਲ ਸਾਨੂੰ ਲੈ ਕੇ ਆਏ। ਔਰ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਕਹਿਣਾ ਚਾਹਾਂਗੇ ਕਿ ਤੁਹਾਨੂੰ ਵੀ ਬਹੁਤ ਸਤਰਕ ਰਹਿਣ ਦੀ ਲੋੜ ਹੈ। ਨਿੱਜੀ ਕੰਪਨੀਆਂ ਵੱਲੋਂ ਜਿਹੜੇ ਲੁਭਾਵਣੀਆਂ ਆਫਰਾਂ ਦਿੱਤੀਆਂ ਜਾਂਦੀਆਂ, ਇਹ ਨਾ ਹੋਵੇ ਕਿ ਤੁਸੀਂ ਜਲਦਬਾਜ਼ੀ ਕਰੋ। ਅਸੀਂ ਨਹੀਂ ਕਹਿੰਦੇ ਕਿ ਸਾਰੀ ਨਿੱਜੀਆਂ ਕੰਪਨੀਆਂ ਉੱਦਾਂ ਦੀਆਂ ਹੁੰਦੀਆਂ, ਪਰ ਕੁਝ ਸ਼ਰਾਰਤੀ ਅੰਸਲ ਇਹੋ ਜਿਹੇ ਹੁੰਦੇ ਜਿਹੜੇ ਕਿ ਆਪਣੇ ਲੁਭਾਵਣੇ ਆਫਰਾਂ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਬਰਗਲਾ ਕੇ ਤੁਹਾਡੇ ਜੀਵਨ ਭਰ ਦੀ ਕਮਾਈ ਤਾਂ ਲੁੱਟ ਲੈਂਦੇ ਆ, ਪਲੱਸ ਖੁਦਾ ਨਾ ਖਾਸਤਾ ਉਸ ਟਰੈਪ 'ਚ ਆ ਕੇ ਘਰ ਦਾ ਕੋਈ ਜੀਵ ਵੀ ਆਪਣੀ ਜਾਨ ਨਾਲ ਹੱਥ ਧੋ ਬੈਠਦਾ। ਸੋ ਅਸੀਂ ਸਭ ਨੂੰ ਸਤਰਕ ਰਹਿਣ ਦੀ ਅਪੀਲ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਮਾਨਨੀय ਸੁਪਰੀਮ ਕੋਰਟ ਨੇ ਜਿਹੜਾ ਇੱਕ ਫੈਸਲਾ ਦਿੱਤਾ ਹੈ ਤੇ ਜੋ ਮੰਗੜ ਜੀ ਉਹਨਾਂ ਨੇ ਇੱਕ ਟਰੈਪ ਦੱਸਿਆ, ਲੈਂਡ ਮਾਫੀਆ ਦੇ ਬਾਰੇ ਜਾਣਕਾਰੀ ਦਿੱਤੀ ਹੈ ਹੈਰਾਨੀਜਨਕ, ਪ੍ਰਸ਼ਾਸਨ ਜਲਦ ਤੋਂ ਜਲਦ ਉੱਤੇ ਨਕੇਲ ਪਾਏਗਾ ਔਰ ਬੰਦੇ ਲੋਕਾਂ ਨੂੰ ਉਹਨਾਂ ਦਾ ਇਨਸਾਫ ਦਿਵਾਏਗਾ। ਸੋ ਇਹ ਸੀ ਸਾਡੀ ਅੱਜ ਦੀ ਰਿਪੋਰਟ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।